हाँ जी प्यारे बच्चों, नमस्कार। मैं दीपक कुमार, साइंस मास्टर, सरकारी मिडल ਸਕੂਲ ਧਾਂਦਰਾ, ਜ਼ਿਲ੍ਹਾ ਸੰਗਰੂਰ। ਅੱਜ ਦੇ ਇਸ ਟੀਵੀ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਵਾਗਤ ਕਰਦਾ। ਪਿਆਰੇ ਬੱਚਿਓ, ਅੱਜ ਅਸੀਂ ਕਲਾਸ 6ਵੀਂ ਦਾ ਪਾਠ 13ਵਾਂ ਚੁੰਬਕਾਂ ਰਾਹੀਂ ਮਨੋਰੰਜਨ ਦੇ ਕੁਝ ਮਹੱਤਵਪੂਰਨ ਪ੍ਰਸ਼ਨ ਨੇ ਜਿਹੜੇ ਇਸ ਭਾਗ 4 ਦੇ ਵਿੱਚ ਕਰਾਂਗੇ। ਆਓ ਬੱਚਿਓ ਆਪਾਂ ਸ਼ੁਰੂ ਕਰੀਏ। हाँ जी बच्चों, इत्थे आंदे ने सब तो पहला साडे कोले खाली थावां। पहली खाली थां यह है भी बनौटी चुंबक विभिन्न आकार दे ने जिहड़े बनाए जांदे ने। तो सब तो पहला सानू पता होना चाहिए है भी बनौटी चुंबक किहड़े हुंदे ने। बच्चों, बनौटी चुंबक हुंदे ने मनुख द्वारा निर्मित, जो मनुख द्वारा बनाए जांदे ने वो बनौटी चुंबक हुंदे ने। ते किहड़े-किहड़े हुंदे ने ਤੇ ਆਪਾਂ ਨਾਲ ਲਿਖ ਕੇ ਦੇਖਾਂਗੇ। ਇਹ ਹੁੰਦੇ ਨੇ ਬੱਚਿਓ, ਇੱਕ ਤਾਂ ਹੁੰਦਾ ਸਾਡੇ ਕੋਲੇ ਛੜ ਚੁੰਬਕ। ਕਿਹੜਾ ਹੁੰਦਾ ਹੈ? ਛੜ ਚੁੰਬਕ। ਦੂਜਾ ਬੱਚਿਓ ਆਪਾਂ ਲਿਖ ਸਕਦੇ ਹਾਂ ਘੋੜ ਖੁਰ ਚੁੰਬਕ। ਅਤੇ ਤੀਸਰਾ ਬੱਚਿਓ ਆਪਾਂ ਲਿਖ ਸਕਦੇ ਹਾਂ ਬੇਲਣਾਕਾਰ ਚੁੰਬਕ। ਕਿਹੜਾ? ਬੇਲਣਾਕਾਰ ਚੁੰਬਕ। ਇਹ ਉਹ ਚੁੰਬਕ ਨੇ ਜਿਹੜੇ ਮਨੁੱਖ ਦੁਆਰਾ ਨਿਰਮਿਤ ਹੁੰਦੇ ਨੇ ਅਤੇ ਇਸ ਨੂੰ ਅਸੀਂ ਬਣੌਟੀ ਚੁੰਬਕ ਆਖਦੇ ਹਾਂ। ਪਿਆਰੇ ਬੱਚੋ, ਅੱਗੇ ਆਉਂਦਾ ਹੈ ਜੋ ਪਦਾਰਥ ਚੁੰਬਕ ਦੇ ਵੱਲ ਆਕਰਸ਼ਿਤ ਹੁੰਦੇ ਨੇ ਡੈਸ਼ ਅਖਵਾਉਂਦੇ ਨੇ। ਬੱਚਿਓ, ਜਿਹੜੇ ਪਦਾਰਥ ਚੁੰਬਕ ਵੱਲ ਆਕਰਸ਼ਿਤ ਹੁੰਦੇ ਨੇ ਉਹ ਕਿਹੜੇ ਪਦਾਰਥ ਹੁੰਦੇ ਨੇ? ਉਹ ਚੁੰਬਕੀ ਪਦਾਰਥ ਅਖਵਾਉਂਦੇ ਹਨ। ਕਿਹੜੇ ਪਦਾਰਥ? ਚੁੰਬਕੀ ਪਦਾਰਥ ਅਖਵਾਉਂਦੇ ਹਨ। ਜਿਹੜੇ ਪਦਾਰਥ ਅਖਵਾਉਂਦੇ ਨੇ ਚੁੰਬਕੀ ਪਦਾਰਥ ਅਖਵਾਉਂਦੇ ਹਨ। ਅਗਲਾ ਬੱਚਿਓ, ਕਾਗਜ਼ ਇੱਕ ਡੈਸ਼ ਨਹੀਂ ਹੈ। ਕਾਗਜ਼ ਕੀ ਹੈ? ਕਾਗਜ਼ ਇੱਕ ਚੁੰਬਕੀ ਪਦਾਰਥ, ਕਾਗਜ਼ ਇੱਕ ਚੁੰਬਕੀ ਪਦਾਰਥ ਨਹੀਂ ਹੈ। ਕਾਗਜ਼ ਇੱਕ ਚੁੰਬਕੀ ਪਦਾਰਥ ਨਹੀਂ ਹੈ। ਹਾਂਜੀ ਬੱਚਿਓ, ਅਗਲੀ ਖਾਲੀ ਸਥਾਨ ਸਾਡੇ ਕੋਲੇ ਹੈ ਪ੍ਰਾਚੀਨ ਕਾਲ ਵਿੱਚ ਲੋਕ ਦਿਸ਼ਾ ਪਤਾ ਕਰਨ ਲਈ ਡੈਸ਼ ਦਾ ਟੁਕੜਾ ਲਟਕਾਉਂਦੇ ਸਨ। ਦਿਸ਼ਾ ਪਤਾ ਕਰਨ ਲਈ ਬੱਚੋ ਕਿਸ ਦਾ ਟੁਕੜਾ ਲਟਕਾਉਂਦੇ ਸਨ? ਚੁੰਬਕ ਦਾ। ਇਸ ਦਾ ਬੱਚੋ ਚੁੰਬਕ ਦਾ ਟੁਕੜਾ ਲਟਕਾਉਂਦੇ ਸਨ। ਇਸ ਤੋਂ ਇਲਾਵਾ ਬੱਚੋ ਚੁੰਬਕ ਦੇ ਹਮੇਸ਼ਾ ਡੈਸ਼ ਧਰੁਵ ਹੁੰਦੇ ਹਨ। ਚੁੰਬਕ ਦੇ ਕਿੰਨੇ ਧਰੁਵ ਹੁੰਦੇ ਨੇ ਬੱਚੋ? 2 ਧਰੁਵ ਹੁੰਦੇ ਨੇ। ਕੋਈ ਦੱਸ ਸਕਦਾ ਕਿਹੜੇ-ਕਿਹੜੇ ਧਰੁਵ ਹੁੰਦੇ ਨੇ? ਹਾਂ, ਇਸ ਦੇ 2 ਧਰੁਵ ਹੁੰਦੇ ਨੇ। ਕਿਹੜੇ-ਕਿਹੜੇ? ਇੱਕ ਹੁੰਦਾ ਬੱਚੋ ਉੱਤਰੀ ਧਰੁਵ ਔਰ ਇੱਕ ਹੁੰਦਾ ਹੈ ਦੱਖਣੀ ਧਰੁਵ। ਕਿਹੜੇ? ਉੱਤਰੀ ਧਰੁਵ ਅਤੇ ਦੱਖਣੀ ਧਰੁਵ। ਇਸ ਦੇ 2 ਧਰੁਵ ਨੇ ਜਿਹੜੇ ਹੁੰਦੇ ਨੇ। ਹਾਂਜੀ ਬੱਚਿਓ, ਇਸ ਤੋਂ ਬਾਅਦ ਸਾਡੇ ਕੋਲੇ ਆਉਂਦਾ ਹੈ ਦੱਸੋ ਕਿ ਹੇਠ ਲਿਖੇ ਕਥਨ ਸਹੀ ਹਨ ਜਾਂ ਗਲਤ ਹਨ। ਅਸੀਂ ਸਹੀ ਜਾਂ ਗਲਤ ਦੀ ਪਹਿਚਾਣ ਕਰਨੀ ਆ। ਪਿਆਰੇ ਬੱਚਿਓ, ਸਭ ਤੋਂ ਪਹਿਲਾਂ ਸਾਡੇ ਕੋਲ ਆਉਂਦਾ ਹੈ ਬੇਲਣਾਕਾਰ ਚੁੰਬਕ ਵਿੱਚ ਕੇਵਲ ਇੱਕ ਹੀ ਧਰੁਵ ਹੁੰਦਾ ਹੈ। ਬੱਚਿਓ, ਆਪਾਂ ਗੱਲ ਕੀਤੀ ਸੀ ਚੁੰਬਕ ਵਿੱਚ 2 ਧਰੁਵ ਹੁੰਦੇ ਨੇ, ਤਾਂ ਇਸ ਵਿੱਚ ਇੱਕ ਧਰੁਵ ਕਿਵੇਂ ਹੋ ਸਕਦਾ ਹੈ? ਤਾਂ ਇਹ ਸਾਡੇ ਕੋਲੇ ਕੀ ਆ ਗਿਆ? ਗਲਤ। ਕੀ ਆਏਗਾ ਬੱਚਿਓ? ਗਲਤ। ਦੂਸਰਾ ਆਉਂਦਾ ਬੱਚਿਓ ਬਣੌਟੀ ਚੁੰਬਕ ਦੀ ਖੋਜ ਯੂਨਾਨ ਵਿੱਚ ਹੋਈ ਸੀ। ਬੱਚਿਓ, ਬਣੌਟੀ ਚੁੰਬਕ ਦੀ ਖੋਜ ਯੂਨਾਨ ਵਿੱਚ ਨਹੀਂ ਹੋਈ ਸੀ। ਇਸ ਕਰਕੇ ਬੱਚਿਓ ਇਹ ਵੀ ਕੀ ਹੋਏਗਾ ਸਾਡੇ ਕੋਲੇ? ਗਲਤ। ਕੀ ਹੋਏਗਾ? ਗਲਤ। ਅਗਲਾ ਆਉਂਦਾ ਬੱਚਿਓ ਚੁੰਬਕ ਦੇ ਸਮਾਨ ਧਰੁਵ ਇੱਕ ਦੂਜੇ ਨੂੰ ਅਪਕਰਸ਼ਿਤ ਕਰਦੇ ਹਨ। ਸਮਾਨ ਧਰੁਵ ਦੀ ਗੱਲ ਕੀਤੀ ਗਈ ਹੈ ਬੱਚਿਓ। ਦੇਖੋ, ਜੇ ਆਪਣੇ ਕੋਲੇ ਕੋਈ ਛੜ ਚੁੰਬਕ ਹੈ, ਇੱਧਰਲੇ ਪਾਸੇ ਵੀ ਆਪਣੇ ਕੋਲੇ ਨਾਰਥ ਹੈ, ਮਤਲਬ ਉੱਤਰੀ ਹੈ, ਔਰ ਇੱਕ ਛੜ ਚੁੰਬਕ ਹੋਰ ਹੈ, ਇਹਦੇ ਇੱਧਰਲੇ ਪਾਸੇ ਉੱਤਰੀ ਧਰੁਵ ਹੈ, ਤਾਂ ਇੱਕ ਦੂਜੇ ਨੂੰ ਕੀ ਕਰਨਗੇ? ਇੱਕ ਦੂਜੇ ਤੋਂ ਦੂਰ ਨੇ ਜਿਹੜੇ ਧਕੇਲਣਗੇ। ਇਹ ਧਕੇਲਣ ਨੂੰ ਅਸੀਂ ਕੀ ਬੋਲ ਦਿੰਦੇ ਆ? ਅਪਕਰਸ਼ਣ। ਕੀ ਬੋਲ ਦਿੰਦੇ ਆ? ਅਪਕਰਸ਼ਣ। ਇਹ ਕੀ ਹੈ ਬੱਚਿਓ? ਬਿਲਕੁਲ ਸਹੀ ਹੈ ਵੀ ਜੇ ਆਪਣੇ ਕੋਲੇ ਸਮਾਨ ਧਰੁਵ ਨੇ ਉਹ ਇੱਕ ਦੂਜੇ ਨੂੰ ਧਕੇਲਣਗੇ ਜਾਂ ਅਪਕਰਸ਼ਿਤ ਕਰਨਗੇ। ਹਾਂਜੀ ਬੱਚਿਓ, ਆਪਣੇ ਕੋਲ ਅੱਗੇ ਆਂਦਾ ਹੈ ਲੋਹੇ ਦਾ ਬੁਰਾਦਾ
ਛੜ ਚੁੰਬਕ ਦੇ ਨੇੜੇ ਲਿਆਉਣ ਤੇ ਇਸ ਦੇ ਵਿਚਕਾਰ ਚਿਪਕਦਾ ਹੈ। ਬੱਚਿਓ ਇੱਥੇ ਕਿਹਾ ਗਿਆ ਵੀ ਲੋਹੇ ਦਾ ਬਰਾਦਾ ਛੜ ਚੁੰਬਕ ਦੇ ਨੇੜੇ ਲਿਆਉਣ ਤੇ ਇਸ ਦੀ ਵਿਚਕਾਰ ਚਿਪਕਦਾ ਹੈ। ਬੱਚਿਓ ਵਿਚਕਾਰ ਨਹੀਂ ਚਿਪਕਦਾ, ਇਸ ਦੇ ਸਿਰਿਆਂ ਤੇ ਚਿਪਕਦਾ ਹੈ। ਇਸ ਕਰਕੇ ਕੀ ਹੋਏਗਾ? ਗਲਤ ਹੋਏਗਾ। ਕੀ ਹੋਏਗਾ? ਇੱਥੇ ਇਹ ਗਲਤ ਹੋਏਗਾ। ਅੱਗੇ ਬੱਚਿਓ ਛੜ ਚੁੰਬਕ ਹਮੇਸ਼ਾ ਉੱਤਰ ਦੱਖਣ ਦਿਸ਼ਾ ਨੂੰ ਦਰਸਾਉਂਦਾ ਹੈ। ਪਿਆਰੇ ਬੱਚਿਓ ਇਹ ਆਪਾਂ ਨੇ ਪਹਿਲਾਂ ਵੀ ਪੜ੍ਹਿਆ ਸੀ। ਛੜ ਚੁੰਬਕ ਹਮੇਸ਼ਾ ਉੱਤਰ ਦੱਖਣ ਦਿਸ਼ਾ ਨੂੰ ਦਰਸਾਉਂਦਾ ਹੈ। ਇਸ ਕਰਕੇ ਇਹ ਕੀ ਹੈ? ਸਹੀ ਹੈ। ਕੀ ਹੈ? ਸਹੀ ਹੈ। ਪਿਆਰੇ ਬੱਚਿਓ ਅੱਗੇ ਆਉਂਦਾ ਹੈ, ਕਿਸੇ ਸਥਾਨ ਉੱਤੇ ਪੂਰਬ ਪੱਛਮ ਦਿਸ਼ਾ ਪਤਾ ਕਰਨ ਲਈ ਕੰਪਾਸ ਦਾ ਉਪਯੋਗ ਹੈ ਜਿਹੜਾ ਕੀਤਾ ਜਾ ਸਕਦਾ ਹੈ। ਬੱਚਿਓ ਕਿਹੜੀ ਕੰਪਾਸ ਦਾ? ਚੁੰਬਕੀ ਕੰਪਾਸ ਦਾ। ਇਹ ਵੀ ਬੱਚਿਓ ਸਹੀ ਹੈ। ਅਸੀਂ ਚੁੰਬਕੀ ਕੰਪਾਸ ਦਾ ਉਪਯੋਗ ਹੈ ਜਿਹੜਾ ਕਰ ਸਕਦੇ ਹਾਂ। ਅੱਗੇ ਆਉਂਦਾ ਬੱਚਿਓ ਰਬੜ ਇੱਕ ਚੁੰਬਕੀ ਪਦਾਰਥ ਹੈ। ਨਹੀਂ ਬੱਚਿਓ ਰਬੜ ਇੱਕ ਚੁੰਬਕੀ ਪਦਾਰਥ ਨਹੀਂ ਹੈ, ਅਚੁੰਬਕੀ ਹੈ। ਇਸ ਲਈ ਇਹ ਕੀ ਹੋ ਜਾਏਗਾ? ਸਾਡੇ ਕੋਲੇ ਗਲਤ ਹੋਏਗਾ। ਕੀ ਹੋਏਗਾ? ਗਲਤ। ਮੈਨੂੰ ਉਮੀਦ ਹੈ ਬੱਚਿਓ ਤੁਸੀਂ ਇਹ ਸਾਰਾ ਕੁਝ ਸਮਝ ਚੁੱਕੇ ਹੋ। ਹਾਂਜੀ ਬੱਚਿਓ ਹੁਣ ਸਾਡੇ ਕੋਲੇ ਆਂਦਾ ਹੈ ਪ੍ਰਸ਼ਨ 3। ਇਸ ਵਿੱਚ ਕੀ ਹੈ? ਇਹ ਦੇਖਿਆ ਗਿਆ ਹੈ ਕਿ ਪੈਨਸਿਲ ਤਰਾਸ ਜਿਸ ਨੂੰ ਅਸੀਂ ਸ਼ਾਰਪਨਰ ਬੋਲਦੇ ਹਾਂ, ਜੋ ਪਲਾਸਟਿਕ ਦਾ ਬਣਿਆ ਹੁੰਦਾ ਹੈ। ਕਿਸ ਦਾ ਬਣਿਆ ਹੁੰਦਾ ਇਹ? ਪਲਾਸਟਿਕ ਦਾ। ਫਿਰ ਵੀ ਇਹ ਚੁੰਬਕ ਦੇ ਦੋਵੇਂ ਧਰੂਵਾਂ ਨਾਲ ਚਿਪਕਦਾ ਹੈ। ਉਸ ਪਦਾਰਥ ਦਾ ਨਾਮ ਦੱਸੋ ਜਿਸ ਦਾ ਉਪਯੋਗ ਇਸ ਦੇ ਕਿਸੇ ਭਾਗ ਨੂੰ ਬਣਾਉਣ ਵਿੱਚ ਕੀਤਾ ਗਿਆ ਹੈ। ਬੱਚਿਓ ਦੇਖੋ ਜੋ ਸਾਡਾ ਸ਼ਾਰਪਨਰ ਹੈ, ਇਹ ਸਾਡਾ ਸ਼ਾਰਪਨਰ ਹੈ। ਹੁਣ ਇਸ ਸ਼ਾਰਪਨਰ ਦੇ ਉੱਪਰ ਕੀ ਲੱਗਿਆ ਹੁੰਦਾ? ਇੱਕ ਬਲੇਡ ਲੱਗਿਆ ਹੁੰਦਾ ਹੈ। ਇਹ ਬਲੇਡ ਬੱਚਿਓ ਹੁੰਦਾ ਲੋਹੇ ਦਾ। ਜਿਹੜਾ ਲੋਹਾ ਹੈ ਇਹ ਚੁੰਬਕ ਵੱਲ ਆਕਰਸ਼ਿਤ ਹੁੰਦਾ ਹੈ। ਚੁੰਬਕ ਵੱਲ ਕੀ ਹੁੰਦਾ ਹੈ? ਆਕਰਸ਼ਿਤ। ਹੁਣ ਇਸ ਦਾ ਉੱਤਰ ਕੀ ਹੋਏਗਾ? ਸ਼ਾਰਪਨਰ ਦਾ ਬਲੇਡ ਲੋਹੇ ਦਾ ਬਣਿਆ ਹੁੰਦਾ ਹੈ, ਜਿਸ ਕਰਕੇ ਇਹ ਚੁੰਬਕ ਦੇ ਦੋਵੇਂ ਸਿਰਿਆਂ ਨਾਲ ਚਿਪਕਦਾ ਹੈ। ਚੁੰਬਕ ਦੇ ਕਿਹੜੇ ਸਿਰਿਆਂ ਨਾਲ ਚਿਪਕਿਆ? ਦੋਵੇਂ ਸਿਰਿਆਂ ਨਾਲ ਚਿਪਕ ਜਾਂਦਾ ਹੈ। ਹਾਂਜੀ ਬੱਚਿਓ ਇਸ ਤੋਂ ਬਾਅਦ ਸਾਡੇ ਕੋਲ ਆਉਂਦਾ ਹੈ ਪ੍ਰਸ਼ਨ 4। ਇਸ ਵਿੱਚ ਕੀ ਹੈ? ਇੱਕ ਚੁੰਬਕ ਦੇ ਇੱਕ ਧਰੁਵ ਨੂੰ ਦੂਜੇ ਚੁੰਬਕ ਦੇ ਧਰੁਵ ਦੇ ਨੇੜੇ ਲਿਆਉਣ ਤੇ ਵਿਭਿੰਨ ਸਥਿਤੀਆਂ ਕਾਲਮ 1 ਵਿੱਚ ਦਰਸਾਈਆਂ ਗਈਆਂ ਹਨ ਅਤੇ ਕਾਲਮ 2 ਵਿੱਚ ਹਰੇਕ ਸਥਿਤੀ ਦੇ ਪਰਿਣਾਮ ਨੂੰ ਦਰਸਾਇਆ ਗਿਆ ਹੈ। ਇੱਥੇ ਅਸੀਂ ਖਾਲੀ ਸਥਾਨਾਂ ਦੀ ਜਿਹੜੀ ਪੂਰਤੀ ਕਰਕੇ ਦੇਖਣੀ ਹੈ। ਇੱਥੇ ਬੱਚੋ ਸ਼ਬਦ ਆਉਂਦਾ ਹੈ ਅਪਕਰਸ਼ਣ, ਅਪਕਰਸ਼ਣ ਔਰ ਇੱਕ ਆਉਂਦਾ ਬੱਚੋ ਆਕਰਸ਼ਣ। ਆਕਰਸ਼ਣ। ਹੁਣ ਅਪਕਰਸ਼ਣ ਦਾ ਮਤਲਬ ਹੁੰਦਾ ਬੱਚੋ ਧਕੇਲਣਾ ਔਰ ਆਕਰਸ਼ਣ ਦਾ ਮਤਲਬ ਹੁੰਦਾ ਬੱਚੋ ਖਿੱਚਣਾ, ਆਪਦੇ ਵੱਲ ਖਿੱਚਣਾ। ਹੁਣ ਇੱਥੇ ਕੀ ਕਿਹਾ ਗਿਆ ਹੈ ਵੀ ਜੇ ਸਾਡੇ ਕੋਲੇ ਚੁੰਬਕ ਦੇ ਦੋਵੇਂ ਧਰੁਵ ਸੇਮ ਹੋਣ, ਕਿਹੜੇ ਕਿਹੜੇ? ਉੱਤਰੀ ਅਤੇ ਉੱਤਰੀ। ਦੋ ਚੁੰਬਕ ਨੇ, ਪਹਿਲੇ ਚੁੰਬਕ ਤੇ ਵੀ ਉੱਤਰੀ ਧਰੁਵ ਹੈ, ਦੂਜੇ ਚੁੰਬਕ ਦਾ ਵੀ ਉੱਤਰੀ ਧਰੁਵ ਹੈ। ਜੇ ਇੱਕ ਦੂਜੇ ਦੇ ਨੇੜੇ ਲੈ ਕੇ ਜਾਵਾਂਗੇ ਤਾਂ ਕੀ ਹੋਏਗਾ? ਅਪਕਰਸ਼ਣ ਹੋਏਗਾ। ਅਪਕਰਸ਼ਣ ਮਤਲਬ ਧਕੇਲਣਾ, ਇੱਕ ਦੂਜੇ ਨੂੰ ਦੂਰ ਖਿਸਕਾਣਗੇ। ਜੇ ਬੱਚੋ ਇੱਕ ਧਰੁਵ ਉੱਤਰੀ ਹੋਵੇ ਤੇ ਦੂਸਰੇ ਚੁੰਬਕ ਦਾ ਦੂਜਾ ਧਰੁਵ ਦੱਖਣੀ ਹੋਵੇ, ਫਿਰ ਕੀ ਕਰਨਗੇ? ਉਹ ਇੱਕ ਦੂਜੇ ਦਾ ਆਕਰਸ਼ਣ ਕਰਨਗੇ, ਮਤਲਬ ਕਿ ਉਹ ਇੱਕ ਦੂਜੇ ਨੂੰ ਆਪਣੇ ਵੱਲ ਖਿੱਚਣਗੇ। ਖਿੱਚਣਾ। ਬੱਚੋ ਜੇ ਸਥਿਤੀ ਇਹ ਹੋਵੇ ਕਿ ਪਹਿਲੇ ਚੁੰਬਕ ਦਾ ਦੱਖਣੀ ਧਰੁਵ ਦੂਜੇ ਚੁੰਬਕ ਦਾ ਉੱਤਰੀ ਧਰੁਵ ਹੋਵੇ, ਮਤਲਬ ਕਿ ਦੋਨੇ ਧਰੁਵ ਇੱਕ ਦੂਜੇ ਦੇ ਉਲਟ ਹੋਣ, ਤਾਂ ਫਿਰ ਕੀ ਹੋਏਗਾ? ਉਹਨਾਂ ਵਿੱਚ ਆਕਰਸ਼ਣ ਹੋਵੇਗਾ। ਆਕਰਸ਼ਣ ਦਾ ਮਤਲਬ ਹੁਣੀ ਆਪਾਂ ਸਿੱਖਿਆ ਸੀ ਕੀ ਸੀਗਾ? ਖਿੱਚਣਾ। ਉਹ ਇੱਕ ਦੂਜੇ ਨੂੰ ਆਪਣੇ ਵੱਲ ਖਿੱਚਣਗੇ। ਜੇ ਬੱਚਿਓ ਪਹਿਲਾਂ ਦੀ ਤਰ੍ਹਾਂ ਜੇ ਪਹਿਲੇ ਚੁੰਬਕ ਦਾ ਦੱਖਣੀ ਧਰੁਵ ਤੇ ਦੂਸਰੇ ਚੁੰਬਕ ਦਾ ਦੱਖਣੀ ਧਰੁਵ ਇੱਕ ਦੂਜੇ ਦੇ ਨੇੜੇ ਲੈ ਕੇ ਜਾਵਾਂਗੇ ਤਾਂ ਉਹਨਾਂ ਵਿੱਚ ਕੀ ਹੋਏਗਾ? ਅਪਕਰਸ਼ਣ। ਅਪਕਰਸ਼ਣ ਮਤਲਬ ਧਕੇਲਣਾ। ਕੀ ਹੋਏਗਾ? ਧਕੇਲਣਾ। ਇੱਥੋਂ ਸਾਨੂੰ ਇਹ ਪਤਾ ਲੱਗਦਾ ਹੈ ਵੀ ਜੇ ਦੋ ਚੁੰਬਕ ਹੋਣ, ਦੋਨੇ ਚੁੰਬਕਾਂ ਦੇ ਦੋਵੇਂ ਧਰੁਵ ਸੇਮ ਹੋਣ,
ਇੱਕੋ ਜਿਹੇ ਹੋਣ ਤਾਂ ਉਹਨਾਂ ਵਿੱਚ ਕੀ ਹੋਏਗਾ, ਅਪਕਰਸ਼ਣ। ਜੇ ਧਰੁਵ ਇੱਕ ਦੂਜੇ ਦੇ ਉਲਟ ਹੋਣ ਤਾਂ ਉਹਨਾਂ ਵਿੱਚ ਕੀ ਹੋਏਗਾ, ਆਕਰਸ਼ਣ। ਹਾਂਜੀ ਬੱਚਿਓ, ਸਾਡੇ ਕੋਲੇ ਅਗਲਾ ਪ੍ਰਸ਼ਨ ਆਉਂਦਾ ਹੈ, ਚੁੰਬਕ ਦੇ ਕੋਈ ਦੋ ਗੁਣ ਲਿਖੋ। ਪਿਆਰੇ ਬੱਚਿਓ, ਅਸੀਂ ਪਹਿਲਾਂ ਵੀ ਪੜ੍ਹ ਚੁੱਕੇ ਸੀ, ਚੁੰਬਕ ਦੇ ਦੋ ਧਰੁਵ ਹੁੰਦੇ ਨੇ। ਕਿਹੜੇ ਕਿਹੜੇ ਧਰੁਵ ਹੁੰਦੇ ਨੇ, ਉੱਤਰੀ ਧਰੁਵ ਅਤੇ ਦੱਖਣੀ ਧਰੁਵ। ਪਹਿਲਾ ਗੁਣ ਤਾਂ ਇਸਦਾ ਇਹੀ ਹੋ ਗਿਆ, ਚੁੰਬਕ ਦੇ ਦੋ ਧਰੁਵ ਹਨ। ਕਿਹੜੇ ਕਿਹੜੇ, ਉੱਤਰੀ ਧਰੁਵ ਅਤੇ ਦੱਖਣੀ ਧਰੁਵ। ਦੂਸਰਾ ਬੱਚਿਓ, ਅਸੀਂ ਦੇਖਦੇ ਹਾਂ ਵੀ ਜਿਹੜਾ ਸੁਤੰਤਰਤਾ ਪੂਰਵਕ ਲਟਕ ਰਿਹਾ ਚੁੰਬਕ ਹੈ, ਇਹ ਹਮੇਸ਼ਾ ਉੱਤਰ ਦੱਖਣ ਦਿਸ਼ਾ ਵਿੱਚ ਹੀ ਠਹਿਰਦਾ ਹੈ। ਇਹ ਕਿਰਿਆ ਬੱਚਿਓ ਤੁਸੀਂ ਆਪ ਵੀ ਕਰ ਸਕਦੇ ਹੋ। ਇਸ ਦੇ ਲਈ ਤੁਸੀਂ ਕੀ ਕਰਨਾ ਹੈ, ਇੱਕ ਲੈਣਾ ਸਟੈਂਡ। ਕੀ ਲਵਾਂਗੇ, ਸਟੈਂਡ। ਇੱਕ ਲਵਾਂਗੇ ਅਸੀਂ ਬਾਰ ਮੈਗਨੇਟ, ਜਿਸ ਨੂੰ ਅਸੀਂ ਬੋਲਦੇ ਹਾਂ ਛੜ ਚੁੰਬਕ। ਔਰ ਇੱਕ ਲਵਾਂਗੇ ਅਸੀਂ ਧਾਗਾ। ਕੀ ਲਵਾਂਗੇ, ਧਾਗਾ। ਬਿਲਕੁਲ ਵਿਚਕਾਰ ਤੋਂ, ਛੜ ਚੁੰਬਕ ਦੇ ਬਿਲਕੁਲ ਵਿਚਕਾਰ ਤੋਂ ਅਸੀਂ ਧਾਗੇ ਨਾਲ ਕੀ ਕਰਾਂਗੇ, ਇਸ ਨੂੰ ਬੰਨ ਦਾਂਗੇ ਤੇ ਇਸ ਨੂੰ ਹਵਾ ਵਿੱਚ ਲਟਕਾ ਦਾਂਗੇ। ਇੱਕ ਚੀਜ਼ ਦਾ ਧਿਆਨ ਰੱਖਣਾ, ਜਿਹੜਾ ਇਹ ਸਟੈਂਡ ਹੈ ਇਹ ਕਿਸੇ ਧਾਤ ਦਾ ਨਾ ਬਣਿਆ ਹੋਵੇ ਜੋ ਚੁੰਬਕ ਵੱਲ ਆਕਰਸ਼ਿਤ ਹੁੰਦੀ ਹੋਵੇ। ਜਦੋਂ ਆਪਾਂ ਇਸ ਨੂੰ ਹਵਾ ਵਿੱਚ ਲਟਕਾਵਾਂਗੇ ਤਾਂ ਬੱਚਿਓ ਇਹ ਦੋ ਦਿਸ਼ਾਵਾਂ ਵਿੱਚ ਹੀ ਖੜੇਗੀ, ਉੱਤਰ ਅਤੇ ਦੱਖਣੀ ਵਿੱਚ। ਦੋ ਜਾਂ ਤਿੰਨ ਵਾਰ ਇਸ ਚੁੰਬਕ ਨੂੰ ਹਿਲਾ ਕੇ ਦੇਖਣਾ, ਇਹ ਜਦੋਂ ਸਥਿਰ ਹੋ ਜਾਵੇਗੀ ਇਹ ਦੋ ਦਿਸ਼ਾਵਾਂ ਵਿੱਚ ਹੀ ਖੜੇਗੀ, ਉੱਤਰ ਅਤੇ ਦੱਖਣ ਦਿਸ਼ਾ ਵਿੱਚ। ਕਦੋਂ ਖੜੇਗੀ, ਸੁਤੰਤਰਤਾ ਪੂਰਵਕ ਲਟਕਾਉਣ ਤੇ। ਹਾਂਜੀ ਬੱਚਿਓ, ਸਾਡਾ ਅਗਲਾ ਪ੍ਰਸ਼ਨ ਆਉਂਦਾ ਹੈ, ਛੜ ਚੁੰਬਕ ਦੇ ਧਰੁਵ ਕਿੱਥੇ ਸਥਿਤ ਹੁੰਦੇ ਹਨ। ਪਿਆਰੇ ਬੱਚਿਓ, ਛੜ ਚੁੰਬਕ ਦੇ ਧਰੁਵ ਨੇ ਜਿਹੜੇ ਹਮੇਸ਼ਾ ਸਿਰਿਆਂ ਤੇ ਸਥਿਤ ਹੁੰਦੇ ਨੇ। ਜਿਵੇਂ ਕਿ ਆਪਾਂ ਚਿੱਤਰ ਵਿੱਚ ਦੇਖ ਰਹੇ ਹਾਂ, ਇੱਕ ਪਾਸੇ ਉੱਤਰੀ ਧਰੁਵ N ਨਾਲ ਦਿਖਾਇਆ ਗਿਆ ਹੈ, ਦੂਜੇ ਪਾਸੇ ਦੱਖਣੀ ਧਰੁਵ ਹੈ ਜਿਹੜਾ S ਨਾਲ ਦਿਖਾਇਆ ਗਿਆ ਹੈ। ਹਾਂਜੀ ਬੱਚਿਓ, ਅਗਲਾ ਪ੍ਰਸ਼ਨ ਆਉਂਦਾ, ਛੜ ਚੁੰਬਕ ਉੱਤੇ ਧਰੁਵਾਂ ਦੀ ਪਛਾਣ ਦਾ ਕੋਈ ਚਿੰਨ੍ਹ ਨਹੀਂ ਹੁੰਦਾ। ਕੀ ਕਹਿੰਦਾ ਹੈ, ਛੜ ਚੁੰਬਕ ਦੇ ਧਰੁਵਾਂ ਤੇ ਕੋਈ ਪਛਾਣ ਦਾ ਚਿੰਨ੍ਹ ਨਹੀਂ ਹੁੰਦਾ। ਤੁਸੀਂ ਕਿਸ ਤਰ੍ਹਾਂ ਪਤਾ ਕਰੋਗੇ ਕਿ ਕਿਸ ਸਿਰੇ ਦੇ ਨੇੜੇ ਉੱਤਰੀ ਧਰੁਵ ਸਥਿਤ ਹੈ। ਬੱਚਿਓ, ਬਹੁਤ ਹੀ ਮਹੱਤਵਪੂਰਨ ਪ੍ਰਸ਼ਨ ਹੈ। ਪਿਆਰੇ ਬੱਚਿਓ, ਧਰੁਵ ਪਤਾ ਕਰਨ ਲਈ ਅਸੀਂ ਛੜ ਚੁੰਬਕ ਨੂੰ ਵਿਚਕਾਰੋਂ ਇੱਕ ਧਾਗੇ ਨਾਲ ਬੰਨ੍ਹ ਕੇ ਸੁਤੰਤਰਤਾ ਪੂਰਵਕ ਲਟਕਾਵਾਂਗੇ। ਜਿਵੇਂ ਕਿ ਆਪਾਂ ਹੁਣੀ ਸਮਝ ਕੇ ਚੁੱਕੇ ਹਾਂ, ਵਿਰਾਮ ਅਵਸਥਾ ਵਿੱਚ ਆਉਣ ਤੇ ਛੜ ਚੁੰਬਕ ਧਰਤੀ ਦੀ ਉੱਤਰ ਦੱਖਣ ਦਿਸ਼ਾ ਵਿੱਚ ਠਹਿਰੇਗਾ। ਜਦੋਂ ਆਪਾਂ ਸੁਤੰਤਰਤਾ ਪੂਰਵਕ ਲਟਕਾ ਦਾਂਗੇ, ਜਦੋਂ ਇਹ ਚੁੰਬਕ ਵਿਰਾਮ ਅਵਸਥਾ ਵਿੱਚ ਆਵੇਗਾ, ਇਹ ਦੋ ਦਿਸ਼ਾਵਾਂ ਵਿੱਚ ਰੁਕੇਗਾ, ਉੱਤਰ ਅਤੇ ਦੱਖਣੀ ਦਿਸ਼ਾ ਵਿੱਚ। ਕਿਹੜੀ ਵਿੱਚ, ਉੱਤਰੀ ਅਤੇ ਦੱਖਣੀ ਦਿਸ਼ਾ ਵਿੱਚ। ਹੁਣ ਅੱਗੇ ਕੀ ਕਹਿੰਦਾ ਹੈ, ਹੁਣ ਚੁੰਬਕ ਦਾ ਜਿਹੜਾ ਸਿਰਾ ਧਰਤੀ ਦੇ ਉੱਤਰੀ ਧਰੁਵ ਵੱਲ ਹੋਵੇਗਾ, ਉਹ ਛੜ ਦਾ ਕਿਹੜਾ ਹੋਗਾ, ਉੱਤਰੀ ਧਰੁਵ। ਕਿਹੜਾ ਹੋਏਗਾ, ਜਿਹੜਾ ਉੱਤਰੀ ਧਰੁਵ ਵੱਲ ਹੋਵੇਗਾ ਉਹ ਕਿਹੜਾ ਹੋਏਗਾ, ਛੜ ਦਾ ਉੱਤਰੀ ਧਰੁਵ ਹੋਵੇਗਾ। ਹਾਂਜੀ ਬੱਚਿਓ, ਅਗਲਾ ਪ੍ਰਸ਼ਨ ਆਉਂਦਾ ਹੈ, ਤੁਹਾਨੂੰ ਇੱਕ ਲੋਹੇ ਦੀ ਪੱਤੀ ਹੈ ਜਿਹੜੀ ਦਿੱਤੀ ਗਈ ਹੈ, ਤੁਸੀਂ ਇਸ ਨੂੰ ਚੁੰਬਕ ਕਿਸ ਤਰ੍ਹਾਂ ਬਣਾਓਗੇ। ਪਿਆਰੇ ਬੱਚਿਓ, ਲੋਹੇ ਦੀ ਪੱਤੀ ਨੂੰ ਇੱਕ ਚੁੰਬਕ ਬਣਾਉਣ ਦੀ ਵਿਧੀ ਹੈ। ਸਭ ਤੋਂ ਪਹਿਲਾਂ ਅਸੀਂ ਇੱਕ ਲੋਹੇ ਦੀ ਪੱਤੀ ਨੂੰ ਟੇਬਲ ਦੇ ਉੱਪਰ ਰੱਖਾਂਗੇ। ਟੇਬਲ ਉੱਪਰ ਰੱਖ ਕੇ ਅਸੀਂ ਇਸ ਦੇ ਉੱਪਰ ਨੰਬਰ ਅੰਕਿਤ ਕਰਾਂਗੇ, ਜਿਵੇਂ ਕਿ A ਔਰ B। ਹੁਣ ਉਸ ਤੋਂ ਬਾਅਦ ਇੱਕ ਛੜ ਚੁੰਬਕ ਲਵਾਂਗੇ। ਅਸੀਂ ਕੀ ਕਰਾਂਗੇ, ਛੜ ਚੁੰਬਕ ਨੂੰ ਪਹਿਲਾਂ A ਤੋਂ ਇਸ ਨੂੰ ਟੱਚ ਕਰਦੇ ਹੋਏ, ਘਸਾਉਂਦੇ ਹੋਏ B ਤੱਕ ਲੈ ਕੇ ਜਾਵਾਂਗੇ। ਫਿਰ ਚੱਕਰਾਕਾਰ ਗਤੀ ਦੇ ਵਿੱਚ B ਤੋਂ ਉਠਾ ਕੇ ਫਿਰ ਵਾਪਸ A ਵੱਲ ਲੈ ਕੇ ਜਾਵਾਂਗੇ। ਫਿਰ A ਤੋਂ B ਵੱਲ ਲੈ ਕੇ ਜਾਵਾਂਗੇ। ਫਿਰ B ਤੋਂ ਚੱਕਰਾਕਾਰ ਉੱਪਰ ਵੱਲ ਉਠਾ ਕੇ A ਵੱਲ ਲੈ ਕੇ ਜਾਵਾਂਗੇ। ਇਸ ਵਿਧੀ ਨੂੰ ਅਸੀਂ 40 ਤੋਂ 50 ਵਾਰ ਕਰਕੇ ਦੇਖਾਂਗੇ। 40 ਤੋਂ 50 ਵਾਰ ਕਰਨ ਤੋਂ ਬਾਅਦ ਅਸੀਂ ਦੇਖਾਂਗੇ ਜਿਹੜੀ ਇਹ ਲੋਹੇ ਦੀ ਪੱਤੀ ਹੈ, ਇਸ ਵਿੱਚ ਚੁੰਬਕੀ ਗੁਣ ਹੈ ਜਿਹੜਾ ਆ ਜਾਵੇਗਾ। ਤਾਂ ਇਸ ਦੀ ਪਛਾਣ ਲਈ ਕੀ ਕਰਾਂਗੇ, ਜਦੋਂ ਇਸ ਵਿੱਚ ਚੁੰਬਕੀ ਗੁਣ ਆਵੇਗਾ ਤਾਂ ਅਸੀਂ ਕੁਝ ਲੋਹੇ ਦੀਆਂ ਪਿੰਨਾਂ ਨੂੰ, ਜੋ ਇਹ ਸਾਡੀ ਪੱਤੀ ਹੋਏਗੀ, ਇਸ ਨੂੰ ਕੁਝ ਲੋਹੇ ਦੀਆਂ ਪਿੰਨਾਂ ਕੋਲੇ ਲੈ ਕੇ ਜਾਵਾਂਗੇ ਤਾਂ ਇਹ ਪਿੰਨਸ ਨੇ ਜਿਹੜੀਆਂ ਇਸ ਨਾਲ ਚਿਪਕ ਜਾਣਗੀਆਂ, ਜਿੱਥੋਂ ਸਾਨੂੰ ਪਤਾ ਲੱਗ ਜਾਏਗਾ ਵੀ ਇਹ ਲੋਹੇ ਦੀ ਪੱਤੀ ਹੈ ਜਿਹੜੀ, ਇਸ ਵਿੱਚ ਚੁੰਬਕੀ ਗੁਣ ਆ ਗਿਆ ਹੈ
ਤੇ ਸਾਡੀ ਲੋਹੇ ਦੀ ਪੱਤੀ ਹੈ ਜਿਹੜੀ ਚੁੰਬਕ ਬਣ गई है। हाँ जी बच्चों, साडा हुण अगला प्रश्न आंदा है, चुंबकी कंपास की हुंदी है, ਇਹ किस ਕੰਮ ਲਈ ਵਰਤੀ ਜਾਂਦੀ है। प्यारे बच्चों, चुंबकी कंपास ਨੂੰ ਅਸੀਂ ਇੰਗਲਿਸ਼ ਵਿੱਚ मैग्नेटिक कंपास ਆਖਦੇ ਹਾਂ। प्यारे बच्चों, ਜਿਹੜੀ चुंबकी कंपास है एक ਅਜਿਹਾ उपकरण है जो जगह की दिशा ਨੂੰ ਲੱਭਣ ਲਈ ਵਰਤਿਆ ਜਾਂਦਾ ਹੈ। ਅੱਗੇ ਇਹ ਹਮੇਸ਼ਾ ਉੱਤਰ ਦੱਖਣ ਦਿਸ਼ਾ ਵਿੱਚ ਹੀ ਟਿਕਦਾ ਹੈ। ਜੋ ਚੁੰਬਕੀ ਕੰਪਾਸ ਹੈ ਇਹ ਵੀ ਦੋ ਦਿਸ਼ਾਵਾਂ ਵਿੱਚ ਹੀ ਖੜੇਗੀ, ਉੱਤਰੀ ਅਤੇ ਦੱਖਣੀ ਦਿਸ਼ਾ ਵਿੱਚ। ਫਿਰ ਇਸ ਤੋਂ ਬਾਅਦ ਆਉਂਦਾ ਹੈ ਕਿ ਚੁੰਬਕੀ ਕੰਪਾਸ ਵਰਤੀ ਕਿੱਥੇ ਜਾਂਦੀ ਹੈ। ਪਿਆਰੇ ਬੱਚਿਓ, ਚੁੰਬਕੀ ਕੰਪਾਸ ਦੀ ਜਿਹੜੀ ਵਰਤੋਂ ਹੈ ਬਹੁਤ ਹੀ ਪੁਰਾਣੇ ਸਮੇਂ ਤੋਂ ਹੀ ਸਮੁੰਦਰੀ ਜਹਾਜ਼ਾਂ, ਪਣਡੁੱਬੀਆਂ ਅਤੇ ਹਵਾਈ ਜਹਾਜ਼ਾਂ ਵਿੱਚ ਨੈਵੀਗੇਟਰਾਂ ਵਜੋਂ ਹੈ ਜਿਹੜੀ ਵਰਤੀ ਜਾਂਦੀ ਹੈ। ਤੁਹਾਨੂੰ ਪਤਾ ਹੈ ਸਮੁੰਦਰ ਦੇ ਵਿੱਚ ਜਾਂ ਹਵਾ ਵਿੱਚ ਦਿਸ਼ਾ ਨੂੰ ਦੇਖਣ ਵਾਸਤੇ ਕਿਸੇ ਯੰਤਰ ਦੀ ਲੋੜ ਪੈਂਦੀ ਹੈ। ਉਹ ਦਿਸ਼ਾ ਯੰਤਰ ਜੋ ਹੈ ਉਹ ਸਾਡੇ ਕੋਲੇ ਹੁੰਦਾ ਹੈ ਚੁੰਬਕੀ ਕੰਪਾਸ, ਕਿਉਂਕਿ ਚੁੰਬਕੀ ਕੰਪਾਸ ਦੋ ਦਿਸ਼ਾਵਾਂ ਤਾਂ ਦੱਸਦੇ ਹੀ ਹੈ, ਉਹ ਦੋ ਦਿਸ਼ਾਵਾਂ ਤੋਂ ਅਗਲੀਆਂ ਦੋ ਦਿਸ਼ਾਵਾਂ ਪਤਾ ਕਰਨੀਆਂ ਹੋਰ ਸੌਖੀਆਂ ਹੋ ਜਾਂਦੀਆਂ ਨੇ, ਜਿਸ ਕਰਕੇ ਇਸ ਨੂੰ ਨੈਵੀਗੇਟਰ ਦੇ ਤੌਰ ਤੇ ਹੈ ਜਿਹੜਾ ਵਰਤ ਲਿਆ ਜਾਂਦਾ ਹੈ। ਹਾਂਜੀ ਬੱਚਿਓ, ਅੱਗੇ ਆਉਂਦਾ ਹੈ ਚੁੰਬਕੀ ਅਤੇ ਅਚੁੰਬਕੀ ਪਦਾਰਥ ਕੀ ਹੁੰਦੇ ਨੇ, ਉਦਾਹਰਣ ਵੀ ਦਿਓ। ਪਿਆਰੇ ਬੱਚਿਓ, ਉਹ ਪਦਾਰਥ ਜੋ ਚੁੰਬਕ ਵੱਲ ਆਕਰਸ਼ਿਤ ਹੁੰਦੇ ਨੇ, ਚੁੰਬਕੀ ਪਦਾਰਥ ਅਖਵਾਉਂਦੇ ਨੇ। ਬੱਚਿਓ, ਚੁੰਬਕ ਵੱਲ ਕਿਹੜੇ ਕਿਹੜੇ ਪਦਾਰਥ ਆਕਰਸ਼ਿਤ ਹੁੰਦੇ ਨੇ, ਜਿਵੇਂ ਕਿ ਲੋਹਾ, ਕੋਬਾਲਟ, ਨਿਕਲ। ਅਜਿਹੇ ਪਦਾਰਥ ਨੇ ਜਿਹੜੇ ਚੁੰਬਕ ਵੱਲ ਆਕਰਸ਼ਿਤ ਹੁੰਦੇ ਨੇ। ਤੁਸੀਂ ਵੀ ਇਸ ਦੀ ਇੱਕ ਲਿਸਟ ਹੈ ਜਿਹੜੀ ਬਣਾ ਸਕਦੇ ਹੋ। ਉਸ ਲਿਸਟ ਵਿੱਚ ਇੱਕ ਪਾਸੇ ਤੁਸੀਂ ਚੁੰਬਕ ਵੱਲ ਆਕਰਸ਼ਿਤ ਹੋਣ ਵਾਲੇ ਔਰ ਇੱਕ ਵਾਲੇ ਪਾਸੇ ਚੁੰਬਕ ਵੱਲ ਨਾ ਆਕਰਸ਼ਿਤ ਹੋਣ ਵਾਲੇ ਪਦਾਰਥ ਤੁਸੀਂ ਲਿਖ ਕੇ ਦੇਖ ਸਕਦੇ ਹੋ ਤੇ ਉਹਨਾਂ ਦੀ ਵਿਭਿੰਨਤਾ ਜਿਹੜੀ ਲੱਭ ਸਕਦੇ ਹੋ। ਆਓ ਦੇਖੀਏ ਚੁੰਬਕ ਵੱਲ ਕਿਹੜੇ ਕਿਹੜੇ ਪਦਾਰਥ ਨੇ ਜਿਹੜੇ ਆਕਰਸ਼ਿਤ ਹੁੰਦੇ ਨੇ। ਜਿਵੇਂ ਕਿ ਚਾਬੀ, ਡਰਾਇੰਗ ਪਿੰਨਾਂ, ਇਹ ਕੀ ਹੁੰਦੇ ਨੇ, ਚੁੰਬਕ ਵੱਲ ਆਕਰਸ਼ਿਤ ਹੁੰਦੀਆਂ ਨੇ, ਇਸ ਕਰਕੇ ਇਹਨਾਂ ਨੂੰ ਚੁੰਬਕੀ ਪਦਾਰਥ ਆਖਦੇ ਹਾਂ। ਅੱਗੇ ਆਉਂਦਾ ਬੱਚਿਓ ਅਚੁੰਬਕੀ ਪਦਾਰਥ। ਅਚੁੰਬਕੀ ਕਿਹੜੇ ਹੁੰਦੇ ਨੇ, ਉਹ ਪਦਾਰਥ ਜੋ ਚੁੰਬਕ ਵੱਲ ਆਕਰਸ਼ਿਤ ਨਹੀਂ ਹੁੰਦੇ। ਜਿਹੜੇ ਚੁੰਬਕ ਵੱਲ ਆਕਰਸ਼ਿਤ ਨਹੀਂ ਹੁੰਦੇ ਉਹ ਕਿਹੜੇ ਹੁੰਦੇ ਨੇ, ਅਚੁੰਬਕੀ ਪਦਾਰਥ ਅਖਵਾਉਂਦੇ ਨੇ। ਜਿਵੇਂ ਕਿ ਪੈਨ, ਪੈਨਸਿਲ ਅਤੇ ਲੱਕੜੀ ਆਦਿ। ਤੁਹਾਨੂੰ ਪਤਾ ਹੈ ਬੱਚਿਓ, ਜੋ ਪੈਨ ਹੈ ਇਹ ਕਿਸ ਦਾ ਬਣਿਆ ਹੁੰਦਾ ਹੈ, ਪਲਾਸਟਿਕ ਦਾ ਬਣਿਆ ਹੁੰਦਾ ਹੈ। ਪੈਨਸਿਲ ਹੈ ਜਿਹੜੀ ਇਹ ਲੱਕੜ ਦੀ ਬਣੀ ਹੁੰਦੀ ਹੈ। ਜਿਹੜਾ ਪਲਾਸਟਿਕ ਅਤੇ ਲੱਕੜ ਵਰਗੇ ਪਦਾਰਥ ਨੇ ਇਹ ਚੁੰਬਕ ਵੱਲ ਆਕਰਸ਼ਿਤ ਨਹੀਂ ਹੁੰਦੇ, ਇਸ ਕਰਕੇ ਅਸੀਂ ਇਹਨਾਂ ਨੂੰ ਅਚੁੰਬਕੀ ਪਦਾਰਥ ਆਖਦੇ ਹਾਂ। ਹਾਂਜੀ ਬੱਚਿਓ, ਇਸ ਤੋਂ ਬਾਅਦ ਸਾਡੇ ਕੋਲ ਇੱਕ ਅਗਲਾ ਪ੍ਰਸ਼ਨ ਆਉਂਦਾ ਹੈ, ਪਾਣੀ ਦੇ ਟੱਬ ਵਿੱਚ ਤੈਰਦੀ ਇੱਕ ਖਿਡੌਣਾ ਕਿਸ਼ਤੀ ਦੇ ਨੇੜੇ ਵੱਖ-ਵੱਖ ਦਿਸ਼ਾਵਾਂ ਵਿੱਚੋਂ ਇੱਕ ਚੁੰਬਕ ਜਿਹੜਾ ਲਿਆਂਦਾ ਗਿਆ। ਹਰੇਕ ਸਥਿਤੀ ਵਿੱਚ ਨਿਰੀਖਣ ਕੀਤੇ ਪ੍ਰਭਾਵ ਕਾਲਮ 1 ਵਿੱਚ ਅਤੇ ਸੰਭਾਵਿਤ ਕਾਰਨ ਕਾਲਮ 2 ਵਿੱਚ ਦਿੱਤੇ ਗਏ ਹਨ। ਕਾਲਮ 1 ਵਿੱਚ ਦਿੱਤੇ ਗਏ ਕਥਨਾਂ ਦਾ ਮਿਲਾਨ ਕਾਲਮ 2 ਵਿੱਚ ਦਿੱਤੇ ਗਏ ਕਥਨਾਂ ਨਾਲ ਕਰੋ। ਆਓ ਆਪਾਂ ਕਰਕੇ ਦੇਖੀਏ। ਸਭ ਤੋਂ ਪਹਿਲਾਂ ਬੱਚਿਓ ਸਾਡੇ ਕੋਲ ਆਉਂਦਾ ਹੈ, ਪਹਿਲੇ ਕਾਲਮ ਵਿੱਚ ਆਉਂਦਾ ਹੈ ਕਿਸ਼ਤੀ ਚੁੰਬਕ ਦੇ ਵੱਲ ਆਕਰਸ਼ਿਤ ਹੋ ਜਾਂਦੀ ਹੈ। ਬੱਚਿਓ, ਕਿਸ਼ਤੀ ਚੁੰਬਕ ਦੇ ਵੱਲ ਆਕਰਸ਼ਿਤ ਹੋ ਜਾਂਦੀ ਹੈ। ਇਸ ਦਾ ਕਾਰਨ ਕੀ ਹੈ, ਕਿਉਂਕਿ ਜਿਹੜੀ ਕਿਸ਼ਤੀ ਹੈ ਇਹ ਚੁੰਬਕੀ ਪਦਾਰਥ ਤੋਂ ਬਣੀ ਹੋਈ ਹੈ। ਤਾਂ ਇੱਥੇ ਇਸ ਦਾ ਆਨਸਰ ਕੀ ਆਏਗਾ, ਨੰਬਰ 1 ਇੱਥੇ ਲਿਖਾਂਗੇ, ਕਿਸ਼ਤੀ ਚੁੰਬਕੀ ਪਦਾਰਥ ਤੋਂ ਬਣੀ ਹੋਈ ਹੈ। ਦੂਸਰਾ ਆਂਦਾ ਬੱਚਿਓ, ਕਿਸ਼ਤੀ ਚੁੰਬਕ ਨਾਲ ਪ੍ਰਭਾਵਿਤ ਨਹੀਂ ਹੁੰਦੀ। ਕਿਸ਼ਤੀ ਚੁੰਬਕ ਨਾਲ ਪ੍ਰਭਾਵਿਤ ਨਹੀਂ ਹੁੰਦੀ, ਵੀ ਮਤਲਬ ਕਿਸ਼ਤੀ ਉੱਪਰ ਚੁੰਬਕ ਦਾ ਪ੍ਰਭਾਵ ਨਹੀਂ ਪੈਂਦਾ। ਤਾਂ ਇਸ ਦਾ ਕਾਰਨ ਕੀ ਹੋ ਸਕਦਾ ਹੈ, ਵੀ ਕਿਸ਼ਤੀ ਹੈ ਜਿਹੜੀ ਅਚੁੰਬਕੀ ਪਦਾਰਥ ਦੀ ਬਣੀ ਹੋ ਸਕਦੀ ਹੈ, ਜਿਹੜੀ ਚੁੰਬਕ ਵੱਲ ਆਕਰਸ਼ਿਤ ਨਹੀਂ ਹੁੰਦੀ। ਤਾਂ ਇਸ ਦਾ ਆਨਸਰ ਕੀ ਆਏਗਾ, ਕਿਸ਼ਤੀ
अचुंबकी पदार्थ तो बनी हुई है। अगला आंदा है, जेकर चुंबक दा उत्तरी ध्रुव किश्ती दे अगले भाग दे नेड़े लिआंदा जावे तां किश्ती नेड़े आउंदी है। देखो, जेकर चुंबक दा उत्तरी ध्रुव किश्ती दे अगले भाग दे नेड़े लिआया जांदा है तां किश्ती नेड़े आउंदी है। तो इसका मतलब की है, जे किश्ती नेड़े आने का कारण की है भी उत्तरी ध्रुव के लवे किहड़ा ध्रुव लेके गया होगा, दक्षिणी ध्रुव। तो वो लभी इस विच किहड़ा आंसर आंदा है, इस विच आंदा बच्चों किश्ती विच चुंबक लगा है जिस दा दक्षिणी ध्रुव किश्ती दे अगले भाग दे वल है। आपने पढ़िया सी भी उल्ट ध्रुव एक दूजे नूं अपने वल खिंचदे ने। हाँ जी बच्चों, अगला प्रश्न आंदा है, हुण उत्तरी ध्रुव किश्ती दे अगले भाग तो दूर लिआंदा जांदा है तां किश्ती चुंबक तो दूर चली जाती है। हुण देखो, उत्तरी ध्रुव है तो किश्ती दूर जा रही है, तो इसका मतलब की है एक समान ध्रुव होगा। तो लभी एक समान ध्रुव वाला किहड़ा है, तो इस विच उपर आंदा बच्चों किश्ती विच चुंबक लगा है जिसदा उत्तरी ध्रुव किश्ती दे अगले भाग दे वल है। किहड़ा है, नंबर 4 ये पॉइंट आ गया साडे कोले भी उत्तरी ध्रुव है जिहड़ा उत्तरी ध्रुव नूं की करदा है, अपकर्षित करदा है। अगला आंदा बच्चों, किश्ती बिना दिशा बदले तैरती है। किश्ती बिना दिशा बदले तैरती है, किवें तैरती है, इत्थे साडे कोल एक ही पॉइंट बचदा है, किश्ती की लंबाई के अनुसार एक छोटा चुंबक है जिहड़ा लगाया गया है। किश्ती की लंबाई के अनुसार एक छोटा चुंबक है जिहड़ा लगाया गया है। ये इसका पॉइंट 5 बनिया बच्चों। हाँ जी बच्चों, हुण साडे कोल 12वां प्रश्न आंदा है, चुंबक के रोजाना जीवन विच कुछ उपयोग लिखो। प्यारे बच्चों, तुसीं देखदे हो चुंबक के रोजाना जीवन विच कुछ ना कुछ उपयोग हुंदे ने। तुसीं आम तौर ते घरां दे विच फ्रिज दे उपर ते दरवाजे दे उपर आपां कुछ स्टिकर चिपका दिंदे आ, उन्हां विच बच्चों चुंबक है जिहड़ा लग्गिया हुंदा है। तुसीं भी बच्चों इस तरह के पदार्थ इकट्ठे कर सकते हो जिन्हां विच चुंबक है जिहड़ा लग्गिया हुंदा है। कुछ पदार्थ मैं भी लिखे ने जिहड़े असीं रोजाना जीवन विच वरतदे आ। आओ आपां देखिए किहड़े किहड़े ने। सब तो पहला बच्चों साडे कोल पॉइंट आंदा है, चुंबक की वरतों चुंबकी कंपास, डोरवैल्स, फ्रिजां विच कीती जाती है। देखो चुंबक की वरतों कित्थे कीती गई है, चुंबकी कंपास, डोरवैल्स अते फ्रिजां विच कीती जाती है। इस तो इलावा बच्चों जो चुंबक की वरतों है, यह डायनामोस, मोटरां, लाउड स्पीकरां, माइक्रोफोन आदि विच भी कीती जाती है। देखो चुंबक की वरतों होर कित्थे कीती गई है, डायनामोस, मोटरां, लाउड स्पीकरां अते माइक्रोफोन आदि विच भी कीती जाती है। इस तो इलावा बच्चों चुंबकी खिडौणिਆਂ विच भी जादू का प्रभाव पैदा करने लई, चुंबकी जिहड़े खिडौणे हुंदे ने उन्हां च की पैदा किया जाता है, जादू का प्रभाव, जिन्हों देख के बच्चे बड़े हैरान हुंदे ने। जादू का प्रभाव देने लई भी चुंबक की वरतों की जाती है। बच्चों अजकल एक गेम चल रही है, बच्चे बहुत खेडते हैं जिवें चैस, ਇਹਦੇ ਵਿੱਚ भी चुंबक का उपयोग है जिहड़ा कीता जाता है। इस तो इलावा किन्ने ही खिडौणे ने जिहड़े तुसीं रोज़ खेडते होवोगे, उन्हां विच भी बच्चों चुंबक का उपयोग है जिहड़ा कीता जाता है। तां प्यारे बच्चों यह सी साडे कोले पार्ट 4। इस विच असीं कुछ महत्वपूर्ण प्रश्न ने जिहड़े देखे ने, समझे ने अते पढ़े ने। बच्चों यह वीडियो देखने के लिए तुहाडा बहुत बहुत धन्यवाद। थैंक्स फॉर वाचिंग।